उसी समय प्रगट भये। वाहिगुरु जी का खालसा, वाहिगुरु जी की फतेह। सत्कारयोग गुरु प्यारी संगत जी, आप जी बड़े ही अद्भुत सत्कार नाल धन धन साहिब श्री गुरु तेग बहादुर साहिब तिलक जंजू राखा प्रभ ताका कीनो बड़ो कलू मैं साका धर्म हेत साका जिनकी आशीष दिया पर सिर न दिया। ऐसे सतगुरु गुरु तेग बहादुर जी महाराज जी का पावन इतिहास बड़ी श्रद्धा भावना नाल सुन रहे हो। पिछे चल रही लड़ी में आपने सुनिया कि गुरु तेग बहादुर साहब महाराज बंगाल ढाके वाल पहुंचे हुए हैं। उत्थों का राजा जो जादू टूने विच बहुत यकीन विश्वास रखता है, तंत्र विद्या का उपासक है, वो गुरु साहब का आना सुन के बड़ी आज़दी नाल गुरु जी के दर्शन करन आया। और गुरु जी के नाल जो राजा इधरों गया सी, उन्हें भी महाराज सच्चे पातशाह जी के अगे चरणों च मत्था टेकिया, सच्चे पातशाह साडी सुलह कराओ, तो दोवां दी सुलह करवा दी। उत्थे ही एक दमदमा साहब नामे स्थान गुरुद्वारा पैंदा है। उत्थे गुरु तेग बहादुर साहब महाराज जी नूं दशमेश पिता कलगीधर महाराज जी के प्रकाश का सूचना मिली कि 10वें पातशाह कलगीधर महाराज जी प्रगट हो गए हैं पटने की धरती उत्ते आप जी के गृह विखे। इत्थे तक आपने सुनिया। आओ प्यार सत्कार नाल अगले इतिहास नूं सुनिए, हाजरी लवाओ। आखो सतनाम श्री वाहिगुरु साहिब जी। सतनाम श्री वाहिगुरु साहिब जी। दोहरा उसी समय प्रगट भये पटने में दशमेश। जदों महाराज जी इधर असाम वाल हन, उस वेले गुरु तेग बहादुर जी के गृह विखे पटने की पावन धरती उत्ते उन्हां दे पुत्र फरजंद कलगीधर महाराज आए हैं। गुर निरपनयो खबर सुन उत्सव करियो बसेस। गुरु जी ने ਅਤੇ ਜਿਹੜੇ ਰਾਜੇ ਨਾਲ ਸਨ ਉਹਨਾਂ ਨੇ ਇਹ ਖਬਰ ਸੁਣ ਕੇ ਬਹੁਤ ਖੁਸ਼ੀ ਮਨਾਈ, ਬੜਾ ਉਤਸਵ ਕੀਤਾ ਹੈ। ਜਾਪੈ ਰਾਮ ਰਾਏ ਨਿਰਪਤ ਆਸਾਮ ਚਾਹਿਓ ਸੁਤ ਹੋਵੇ ਮਨ ਧਾਮ। ਉੱਥੇ ਹੀ ਮਹਾਰਾਜ ਜੀ ਦੀ ਮਹਿਮਾ ਸੁਣ ਕੇ ਅਸਾਮ ਦਾ ਰਾਜਾ ਰਾਮ ਰਾਏ ਵੀ ਆਇਆ ਹੋਇਆ ਸੀ। ਸਮਝਿਓ ਗੱਲ। ਜਦੋਂ ਇਹ ਗੱਲ ਸੁਣੀ ਕਿ ਗੁਰੂ ਮਹਾਰਾਜ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਨੇ ਅਵਤਾਰ ਧਾਰਿਆ, ਪ੍ਰਗਟ ਹੋਏ ਹਨ, ਖੁਸ਼ੀ ਮਨਾਈ ਗਈ। ਕਈ ਵਾਰ ਮੌਕਾ ਹੁੰਦਾ ਕਈ ਗੱਲਾਂ ਦਾ, ਜਿਸ ਨੂੰ ਇਸ ਗੱਲ ਦੀ ਸਮਝ ਪੈ ਜਾਵੇ ਉਹ ਕਿਸੇ ਪਾਸੋਂ ਘੱਟ ਨਹੀਂ ਰਹਿੰਦਾ ਬੰਦਾ, ਵਕਤ ਵਿਚਾਰਨ ਦੀ ਸੋਝੀ ਆ ਜਾਵੇ। ਖੁਸ਼ੀ ਦੇ ਮੌਕੇ ਇਹਨੇ ਵੀ ਮਹਾਰਾਜ ਗੁਰੂ ਤੇਗ ਬਹਾਦਰ ਦੇ ਚਰਨਾਂ 'ਚ ਬੇਨਤੀ ਕਰ ਦਿੱਤੀ, ਮਹਾਰਾਜ ਮੈਂ ਅਸਾਮ ਦਾ ਰਾਜਾ ਹਾਂ, ਸਭ ਕੁਝ ਮੇਰੇ ਕੋਲ ਹੈ, ਧਨ ਦੌਲਤ ਹੈ, ਰਾਣੀਆਂ ਪਟਰਾਣੀਆਂ ਹਨ, ਪਰ ਇੱਕ ਗੱਲ ਦੀ ਕਮੀ ਹੈ, ਉਹਦੇ ਬਿਨਾਂ ਅੰਦਰੋਂ ਅੰਦਰੀ ਮੈਂ ਝੁਰੀ ਜਾਂਦਾ ਹਾਂ। ਮਹਾਰਾਜ ਕਹਿੰਦੇ ਭਾਈ ਉਹ ਕੀ ਹੈ? ਕਹਿੰਦਾ ਮਹਾਰਾਜ ਮੇਰੇ ਘਰ ਕੋਈ ਔਲਾਦ ਨਹੀਂ ਹੈ, ਮੈਂ ਚਾਹੁੰਦਾ ਕਿ ਮੇਰੇ ਘਰ ਪੁੱਤਰ ਜਨਮ ਲਵੇ, ਮੇਰੇ ਰਾਜ ਦਾ ਵੰਸ਼ਜ ਹੋਵੇ ਅੱਗੇ। ਸਤਿਗੁਰੂ ਗੁਰੂ ਤੇਗ ਬਹਾਦਰ ਨੇ ਇਉਂ ਬੇਨਤੀ ਕੀਤੀ, ਹਸ ਕਰ ਗੁਰ ਨਿਜ ਮੋਹਰ ਲਗਾਈ ਤਾਹੇ ਪੇਟ ਪਰ ਕਹਿਓ ਸੁਨਾਈ। ਗੁਰੂ ਜੀ ਦੇ ਕੋਲ ਬੈਠਾ ਸੀ ਮਹਾਰਾਜ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਜੋ ਮੋਹਰ ਛਾਪ ਹੁੰਦੀ ਗੁਰੂ ਸਾਹਿਬ ਦੀ, ਜੋ ਹੁਕਮਨਾਮੇ ਦੇ ਉੱਤੇ ਲਾਉਂਦੇ ਸਨ, ਉਹ ਮੋਹਰ ਚੁੱਕੀ ਮਹਾਰਾਜ ਨੇ ਉਹਦੇ ਇਦਾਂ ਲਾ ਦਿੱਤੀ, ਇਦਾਂ ਇੱਥੇ ਪੱਟ ਦੇ ਉੱਤੇ ਲੱਗ ਗਈ। ਮੋਹਰ ਲਾ ਕੇ ਮਹਾਰਾਜ ਨੇ, ਹੈ ਤਾਂ ਸ਼ਾਹੀ ਵਾਲੀ ਮੋਹਰ ਸੀ ਨਾ, ਇਦਾਂ ਲਾ ਦਿੱਤੀ ਤੇ ਬਚਨ ਕੀਤਾ, ਇਸੀ ਚਿੰਨ ਵਾਰੋ ਸੁਤ ਤੇਰੇ ਥੈ ਬਤ ਮਾਨ ਡਿੜ ਮੇਰੇ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਇਹ ਜਿਹੜੀ ਮੋਹਰ ਹੈ ਨਾ ਲਾਈ ਹੋਈ ਤੇਰੇ ਲਾਗੇ, ਇਹੀ ਮੋਹਰ
ਤੇਰੇ ਪੁੱਤਰ ਜਨਮ ਲਏਗਾ, ਉਹਦੇ ਲੱਗੀ ਹੋਏਗੀ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਪਰ ਬਚਨ ਕਰ, ਉਹਦੇ ਕੇਸ ਕਤਲ ਨਾ ਕਰੀ, ਤੇ ਜਪਜੀ ਸਾਹਿਬ ਦੀ ਬਾਣੀ ਰੋਜ਼ ਪੜਿਆ ਕਰ। ਇਉਂ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਰਾਮ ਰਾਏ ਰਾਜੇ ਨੂੰ ਬਚਨ ਕੀਤਾ, ਔਰ ਇਉਂ ਹੀ ਹੋਇਆ। ਪਾਏ ਫਤਿਹ ਨਿਰਭ ਬਿਸਨ ਮਰਗੇਸ, ਲੋਟ ਕੇ ਉਹ ਦਿੱਲੀ ਦਿਸ ਵੇਸ। ਇਧਰੋਂ ਜੋ ਰਾਜਾ ਬਿਸ਼ਨ ਚੰਦ ਆਇਆ ਸੀ, ਇਹ ਵਾਪਸ ਦਿੱਲੀ ਨੂੰ ਚਲਾ ਗਿਆ, ਕਿਉਂਕਿ ਇਹਦੇ ਲਈ ਬਹੁਤ ਚੰਗੀ ਗੱਲ ਹੋ ਗਈ। ਜੋ ਝਗੜਾ ਸੀ ਉਹ ਮੁੱਕ ਗਿਆ ਹੈ। ਸਤਿਗੁਰ ਸਹਿਲ ਬੰਗਾਲੇ ਕੇਰੋ, ਐਰੋ ਦੇਸ ਓਡੀਸ਼ਾ ਏਰੋ। ਗੁਰੂ ਤੇਗ ਬਹਾਦਰ ਜੀ ਨੇ ਨਾ ਰਾਜਿਆਂ ਨੂੰ ਆਖਿਆ, ਭਾਈ ਅਸੀਂ ਤਾਂ ਹਜੇ ਅੱਗੇ ਹੋ ਜਾਣਾ, ਕੋਈ ਰਾਜਸੀ ਕੰਮ ਤਾਂ ਸਾਡਾ ਇੱਧਰ ਆਉਣ ਦਾ ਮਕਸਦ ਨਹੀਂ ਸੀ। ਅਸੀਂ ਤੇ ਗੁਰੂ ਨਾਨਕ ਦੇ ਗੁਰਸਿੱਖ ਜੋ ਨਾਮ ਜਪਣ ਵਾਲੇ ਪ੍ਰੇਮੀ ਹੈ, ਉਹਨਾਂ ਦੇ ਭਲੇ ਦੇ ਲਈ ਇੱਧਰ ਆਏ ਸੀ। ਉੱਥੋਂ ਚੱਲ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਬੰਗਾਲ ਵੱਲ ਨੂੰ, ਉੜੀਸਾ ਵੱਲ ਨੂੰ ਗਏ ਹਨ। ਜਗਨਨਾਥ ਪੁਨ ਜਾਏ ਨਿਹਾਰਾ, ਆਏ ਮੁੜ ਪਟਨੇ ਸੁਖਕਾਰਾ। ਜਗਨਨਾਥਪੁਰੀ ਜਿੱਥੇ ਕਦੇ ਗੁਰੂ ਨਾਨਕ ਦੇਵ ਜੀ ਵੀ ਗਏ ਸਨ। ਆਰਤੀ ਦਾ ਸ਼ਬਦ ਗਗਨ ਮੈਂ ਥਾਲ, ਰਬ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ ਵਾਲਾ ਉਚਾਰਨ ਕੀਤਾ ਮਹਾਰਾਜ ਨੇ, ਉਧਰ ਨੂੰ ਗਏ। ਹੁਣ ਇਹ ਜਿਹੜਾ ਰਾਜੇ ਨੂੰ ਮਹਾਰਾਜ ਨੇ ਵਰ ਦਿੱਤਾ, ਸਾਧ ਸੰਗਤ, ਇਹਦੇ ਘਰ ਸਮਾਂ ਪਾ ਕੇ ਪੁੱਤਰ ਨੇ ਜਨਮ ਲਿਆ। ਉਹਦਾ ਨਾਮ ਇਹਨਾਂ ਨੇ ਰਤਨ ਰਾਏ ਰੱਖਿਆ। ਉਹ ਜਦੋਂ ਉਹਦਾ ਪੁੱਤਰ ਨੇ ਜਨਮ ਲਿਆ, ਉਹਦੇ ਇੱਧਰ ਕੇਸ ਹੁੰਦੇ ਜਦੋਂ ਬੱਚੇ ਦੇ ਛੋਟੇ, ਜਦੋਂ ਕੇਸ ਚੱਕਦੇ ਸਨ ਤੇ ਕੇਸਾਂ ਦੇ ਥੱਲੇ ਇੱਥੇ ਜੇ ਮੋਹਰ ਸੀ, ਉਹਦੇ ਥੋੜਾ ਜਿਹਾ ਕਾਲਾ ਜਿਹਾ ਦਾਗ ਜਿਵੇਂ ਮੋਹਰ ਤੋਂ ਥੱਲੇ ਹੁੰਦੇ, ਮੱਥੇ ਤੇ ਵੀ ਆਉਂਦਾ ਸੀ ਤਾਂ। ਤੇ ਜਦੋਂ ਵੀ ਉਹਦੀ ਮਾਂ, ਉਹਨੇ ਰਾਜੇ ਨੇ ਦੱਸ ਦਿੱਤੀ ਸੀ ਸਾਰੀ ਗੱਲ, ਉਹਦੇ ਕੇਸ ਕਰਦੀ ਸੀ ਤੇ ਉਹ ਮੋਹਰ ਏਦਾਂ ਹੱਥ ਨਾਲ ਰੜਕਦੀ ਸੀ। ਵੱਡਾ ਹੋ ਕੇ ਫਿਰ ਉਹ ਦਸਮੇਸ਼ ਪਿਤਾ ਕਲਗੀਧਰ ਮਹਾਰਾਜ ਦੇ ਦਰਸ਼ਨ ਕਰਨ ਆਇਆ ਰਤਨ ਰਾਏ ਰਾਜਾ ਆਨੰਦਪੁਰ ਸਾਹਿਬ। ਉਹੀ ਪ੍ਰਸ਼ਾਦੀ ਹਾਥੀ ਲੈ ਕੇ ਆਇਆ ਸੀ, ਉਸੇ ਨੇ ਪੰਜ ਕਲਾ ਸ਼ਸਤਰ ਮਹਾਰਾਜ ਨੂੰ ਭੇਟ ਕੀਤਾ ਸੀ, ਹੋਰ ਵੀ ਬਹੁਤ ਕੁਝ ਲੈ ਕੇ ਆਇਆ ਸੀ। ਉਹਨੂੰ ਇਹ ਸਮਝਾਉਣ ਵਾਸਤੇ ਗੁਰੂ ਕਲਗੀਧਰ ਮਹਾਰਾਜ ਨੇ ਅਤੇ ਪਹਾੜੀ ਰਾਜਿਆਂ ਨੂੰ ਉਪਦੇਸ਼ ਦੇਣ ਵਾਸਤੇ ਜੋ ਸਵਈਏ ਹਨ, ਸਰਾਵਗ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ, ਸੂਰ ਸੁਰਾਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕਿਉ ਦੇਖ ਰਹੇ ਹੋ ਮਤ ਕੋ ਨਾ ਦੇਖੇ ਪ੍ਰਾਨਪਤੀ ਕੇ। ਇਹ ਬਹੁਤ ਬਰਾਗਮਈ ਹੈ। ਇਹਦੇ ਵਿੱਚ ਜਿਹੜੇ ਅਰਥ ਹੈ ਨਾ ਇਹਨਾਂ ਸਵਈਆਂ ਵਿੱਚ, ਇਹਦੇ ਵਿੱਚ ਮਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ, ਗੌਣ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਭਲੀ ਵਿਦ, ਨਿਆਵਤ ਸੀਸ ਨਾ ਜਾਤ ਵਿਚਾਰੇ, ਏਤੇ ਭਏ ਤੋ ਕਹਾਂ ਭਏ ਭੂਪਤ ਅੰਤ ਕਉ, ਅੰਤ ਕੇ ਧਾਮ ਸਿਧਾਰੇ ਆਖਿਆ। ਤਾਂ ਇਹ ਸਾਰਾ ਉਪਦੇਸ਼ ਮਹਾਰਾਜ ਨੇ ਇਸ ਰਾਮ ਰਾਏ ਰਾਜੇ ਦੇ ਪੁੱਤਰ ਰਤਨ ਰਾਏ ਨੂੰ ਉਪਦੇਸ਼ ਦੇਣ ਲਈ ਉਚਾਰਨ ਕੀਤਾ ਸੀ। ਇੱਥੋਂ ਫਿਰ ਚੱਲ ਕੇ ਗੁਰੂ ਜੀ ਉੜੀਸਾ ਹੋਏ। ਉੜੀਸਾ ਜਗਨਨਾਥਪੁਰੀ ਤੇ ਆਦਿਕ ਜਾਂਦੇ ਰਹੇ। ਉੱਥੋਂ ਵਾਪਸ ਮੁੜ ਕੇ ਫਿਰ ਕਈ ਥਾਈਂ ਵਿਚਰਦੇ ਹੋਏ ਗੁਰੂ ਤੇਗ ਬਹਾਦਰ ਜੀ ਮੁੜ ਪਟਨਾ ਸਾਹਿਬ ਵਿਖੇ ਪਹੁੰਚੇ ਹਨ। ਸਾਹਿਬ ਜਾਦੇ ਤਈ ਨਿਹਾਰਾ, ਦਾਨ ਜਾਚ ਕਰਨ ਦਿਓ ਅਪਾਰਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਤਾਰਾ ਪਟਨਾ ਸਾਹਿਬ ਵਿੱਚ ਜਿਸ ਬਾਗ ਵਿੱਚ ਹੋਇਆ, ਉਹ ਦੋ ਮੁਸਲਮਾਨ ਬੰਦੇ ਸਨ, ਕਰੀਮ ਬਖਸ਼ ਤੇ ਰਹੀਮ ਬਖਸ਼। ਜਿਸ ਉੱਥੇ ਬਾਗ ਸੀ ਉਹਨਾਂ ਦਾ, ਇੱਕ ਇਮਲੀ ਦਾ ਦਰਖਤ ਸੀ, ਉਹ ਸੁੱਕਾ ਸੀ। ਜਦੋਂ ਗੁਰੂ ਤੇਗ ਬਹਾਦਰ ਜੀ ਉਸ ਦਰਖਤ ਦੇ ਹੇਠਾਂ ਬੈਠੇ, ਉਹ ਸੁੱਕਾ ਦਰਖਤ ਹਰਾ ਹੋ ਗਿਆ ਇਮਲੀ ਦਾ। ਉਹਨਾਂ ਨੂੰ ਜਦ ਪਤਾ ਲੱਗਾ ਕਿ ਇਹ ਤਾਂ ਕੋਈ ਬਹੁਤ ਵੱਡੀ ਹਸਤੀ ਸਾਡੇ ਬਾਗ ਵਿੱਚ ਆਈ ਹੈ, ਤੇ ਉਹਨਾਂ ਵੀ ਮਹਾਰਾਜ ਦੇ ਕੋਲੋਂ ਇਹੀ ਦਾਤ ਮੰਗੀ, ਸਾਡੇ ਅੱਗੇ ਕੋਈ ਵੰਸ਼ਜ ਨਹੀਂ ਚੱਲ ਰਹੀ, ਤੇ ਉਹਨਾਂ ਨੂੰ ਵੀ ਮਹਾਰਾਜ ਨੇ ਬਖਸ਼ਿਸ਼ ਕੀਤੀ। ਤੇ ਉਹਨਾਂ ਫਿਰ ਉਹ ਸਾਰਾ ਹੀ ਬਾਗ ਗੁਰੂ ਮਹਾਰਾਜ ਨੂੰ ਭੇਟ ਕਰ ਦਿੱਤਾ ਸੀ। ਜਦੋਂ ਅੱਜ ਵੀ ਪਟਨਾ ਸਾਹਿਬ ਜਾਈਏ, ਗੁਰੂ ਕਾ ਬਾਗ ਗੁਰਦੁਆਰਾ ਹੈ, ਬਹੁਤ ਸੁੰਦਰ, ਉਹ ਉਹੀ ਹੈ। ਉੱਥੇ ਇੱਕ ਪੁਰਾਣਾ ਦਰਖਤ ਦਾ ਖੋਲ ਸਾਂਭ ਕੇ ਰੱਖਿਆ ਹੋਇਆ ਪਟਨੇ ਸਾਹਿਬ, ਉਹੀ ਪੁਰਾਣੀ ਇਮਲੀ ਦਾ ਦਰਖਤ ਹੈ। ਕਿਉਂਕਿ ਦਰਖਤ ਹੁੰਦੇ ਜਿਹੜੇ ਸਮਾਂ ਪਾ ਕੇ ਇਹਨਾਂ ਨੇ ਖਤਮ ਹੋ ਜਾਣਾ ਹੁੰਦਾ, ਇਹਨਾਂ ਦੀ ਸਾਂਭ ਸੰਭਾਲ ਕਰੀ ਚੱਲੀਏ ਨਾ ਚੱਲ ਵੀ ਜਾਂਦੇ ਆ, ਨਹੀਂ ਤੇ ਆਖਰ ਫਿਰ ਇਹਨਾਂ ਨੇ ਸੁੱਕਣਾ ਹੁੰਦਾ ਹੈ।
ਤਾਂ ਉਹ ਸੁੱਕ ਗਿਆ ਤੇ ਉੱਥੇ ਸਾਂਭ ਕੇ ਰੱਖਿਆ ਹੋਇਆ ਹੈ। ਤੇ ਪਟਨਾ ਸਾਹਿਬ ਉਸੇ ਜਗ੍ਹਾ ਕਲਗੀਧਰ ਮਹਾਰਾਜ ਜੀ ਨੇ ਜਦੋਂ ਪਤਾ ਲੱਗਾ ਨਾ ਕਿ ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਆਏ ਹਨ, ਤੇ ਇਹ ਪਹਿਲਾਂ ਅੱਗੇ ਫਿਰ ਮਹਾਰਾਜ ਦੇ ਦਰਸ਼ਨ ਕਰਨ ਉੱਥੇ ਗਏ, ਦਰਸ਼ਨ ਕੀਤੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਲੋੜਵੰਦਾਂ ਨੂੰ, ਗਰੀਬਾਂ ਨੂੰ ਖੁੱਲਾ ਦਾਨ ਦਿੱਤਾ, ਸਭ ਦੀਆਂ ਝੋਲੀਆਂ ਭਰ ਦਿੱਤੀਆਂ। ਤੇ ਚੱਲ ਆਨੰਦਪੁਰ ਆਏ, ਪਟਨੇ ਰਹੋ ਪਰਿਵਾਰ ਤਦਾਏ। ਕੁਝ ਸਮਾਂ ਉੱਥੇ ਪਟਨਾ ਸਾਹਿਬ ਆਪ ਜੀ ਰਹੇ। ਪਟਨਾ ਸਾਹਿਬ ਤੋਂ ਗੁਰੂ ਤੇਗ ਬਹਾਦਰ ਜੀ ਫਿਰ ਪੰਜਾਬ ਆਉਣਾ ਚਾਹੁੰਦੇ ਸਨ, ਕਿਉਂਕਿ ਹੁਣ ਜਿਹੜਾ ਕਾਰਜ ਸੀ ਉਹ ਲਗਭਗ ਪੂਰਾ ਹੋ ਗਿਆ ਸੀ। ਪਰ ਆਪ ਜੀ ਆ ਕੇ ਪਹਿਲਾਂ ਜੋ ਆਨੰਦਪੁਰ ਸਾਹਿਬ ਨਗਰ ਵਸਾਉਣਾ ਸ਼ੁਰੂ ਕਰਕੇ ਆਏ ਸਨ, ਉਹਦੀ ਤਿਆਰੀ ਕਰਨਾ ਚਾਹੁੰਦੇ ਸਨ। ਪਿੱਛੋਂ ਮਾਤਾ ਗੁਜਰੀ ਜੀ, ਮਾਮਾ ਕਿਰਪਾਲ ਚੰਦ ਜੀ, ਮਾਤਾ ਨਾਨਕੀ ਜੀ, ਦਸ਼ਮੇਸ਼ ਜੀ ਨੂੰ ਕਹਿ ਕੇ ਆਏ ਸਨ ਕਿ ਅਸੀਂ ਜਾ ਕੇ ਤਿਆਰੀ ਕਰਵਾ ਲਈਏ, ਤੁਹਾਨੂੰ ਜਦੋਂ ਸੁਨੇਹਾ ਭੇਜਾਂਗੇ ਫਿਰ ਤੁਸੀਂ ਆਉਣਾ। ਇਉਂ ਆਪ ਜੀ ਉੱਥੇ ਕੁਝ ਸਮਾਂ ਰਹਿ ਕੇ ਕਈ ਮਹੀਨੇ ਫਿਰ ਵਾਪਸ ਪੰਜਾਬ ਨੂੰ ਆ ਗਏ। ਕਈ ਥਾਈਂ ਹੁੰਦੇ ਹੋਏ ਆਖਰਕਾਰ ਫਿਰ ਆਨੰਦਪੁਰ ਸਾਹਿਬ ਪਹੁੰਚ ਗਏ ਹਨ। ਖਬਰ ਭਈ ਸਿੱਖ ਸਭ ਠੌਰੇ, ਤੀਰਥ ਭਾਗੀਰਥ ਲਾਗੋ ਰਹਿ। ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਨੰਦਪੁਰ ਸਾਹਿਬ ਪਹੁੰਚੇ, ਸਾਰੀ ਸੰਗਤ ਨੂੰ ਇਸ ਗੱਲ ਦੀ ਖਬਰ ਪਹੁੰਚ ਗਈ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਏ ਹਨ। ਤਾਂ ਫਿਰ ਸਾਧ ਸੰਗਤ ਉਸ ਵਕਤ ਸੰਗਤਾਂ ਫਿਰ ਬੜੇ ਚਾਅ ਨਾਲ ਦਰਸ਼ਨਾਂ ਨੂੰ ਆਈਆਂ ਹਨ। ਕਰ ਤੀਰਥ ਤੀਰਥ ਗੁਰ ਆਏ, ਜਿਨ ਕੇ ਦਰਸੇ ਪਾਪ ਨਿਸਾਏ। ਗੁਰਸਿੱਖ ਸੰਗਤਾਂ ਦਰਸ਼ਨ ਕਰਨ ਆਈਆਂ ਕਿ ਤੀਰਥਾਂ ਦਾ ਭਲਾ ਕਰਕੇ ਤੀਰਥ ਰੂਪ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਆਏ ਹਨ, ਜਿਨ੍ਹਾਂ ਦਾ ਦਰਸ਼ਨ ਕਰਨ ਨਾਲ ਹੀ ਪਾਪ ਕੱਟੇ ਜਾਂਦੇ ਹਨ। ਇਸ ਗੱਲ ਨੂੰ ਲੈ ਕੇ ਸੰਗਤਾਂ ਆਈਆਂ ਹਨ। ਯਾਵਿਦ ਮਹਿਮਾ ਗੁਰ ਕੀ ਕਰਤੇ, ਚੱਲੇ ਆਜ ਸਿੱਖ ਸਿੱਖਨੀ ਕਰਤੇ। ਇਉਂ ਗੁਰੂ ਕੀ ਮਹਿਮਾ ਕਰਦੇ ਹੋਏ ਗੁਰਸਿੱਖ ਗੁਰੂ ਪਿਆਰੇ ਆਪਣੇ ਘਰਾਂ ਤੋਂ ਚੱਲ ਕੇ ਆਏ ਹਨ, ਪਰਿਵਾਰਾਂ ਸਮੇਤ, ਬੱਚਿਆਂ ਸਮੇਤ। ਜੈਸੇ ਨਦੀ ਦਿਸਾ ਰਤਨਾ ਕਰ, ਤਿਉ ਸਭ ਦਿਸਤੇ ਗੁਰਪੁਰ ਆਕਰ। ਤੇ ਇਉਂ ਗੁਰਸਿੱਖ ਦੂਰੋਂ ਨੇੜੋਂ ਚੱਲ ਕੇ ਆਏ ਸਾਧ ਸੰਗਤ ਜੀ। ਦਰਸ ਹਰਸ ਧਰ ਲੈ ਸਰਸ ਸੁਖ, ਜਥਾ ਜੋਗ ਲੈ ਨਜ਼ਰ ਭੇੜ ਚੋਖ। ਗੁਰਸਿੱਖਾਂ ਦਾ ਇਹ ਹੈ ਕਿ ਜਦੋਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ, ਦਰਸ਼ਨ ਕਰਕੇ ਉਹਨਾਂ ਨੂੰ ਫਿਰ ਬੜਾ ਸੁੱਖ ਮਿਲਦਾ ਹੈ। ਔਰ ਜਦੋਂ ਵੀ ਗੁਰੂ ਜੀ ਦੇ ਦਰਸ਼ਨ ਕਰਨੇ, ਕੁਝ ਨਾ ਕੁਝ ਭੇਟ ਰੱਖਣੀ। ਕੋਈ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ, ਕੌਡੀ ਦਾ ਅਗਲਾ ਹਿੱਸਾ ਵੀ ਰੱਖ ਦੇਵੇ ਕੋਈ। ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ। ਗੁਰੂ ਮਹਾਰਾਜ ਬਖਸ਼ਿਸ਼ਾਂ ਕਰਦੇ ਹਨ। ਤਾਂ ਗੁਰਸਿੱਖ ਸ਼ਰਧਾ ਮੂਜਬ ਵੱਧ ਤੋਂ ਵੱਧ, ਘੱਟ ਤੋਂ ਘੱਟ ਨਹੀਂ। ਸਾਡੀ ਸ਼ਰਧਾ, ਜਦੋਂ ਸ਼ਰਧਾ ਦੀ ਗੱਲ ਹੁੰਦੀ ਸਾਡੀ ਸ਼ਰਧਾ ਘਟ ਜਾਂਦੀ ਹੈ। ਉੱਦਾਂ ਕੋਈ ਟਿਕਟ ਲੱਗ ਜੇ, ਕੋਈ ਹੋਰ ਲੱਗ ਜੇ, ਉਹ ਅਸੀਂ ਸਾਰੇ ਪੂਰੇ ਕਰਦੇ ਹਾਂ। ਪਰ ਜਦੋਂ ਗੁਰੂ ਦੀ ਗੱਲ ਆਉਂਦੀ ਉੱਥੇ ਫਿਰ ਘਟ ਜਾਂਦੀ। ਪਰ ਇਹ ਨਹੀਂ, ਗੁਰਸਿੱਖ ਸ਼ਰਧਾ ਅਨੁਸਾਰ ਵੱਧ ਤੋਂ ਵੱਧ, ਇਉਂ ਸਮਝੋ, ਗੁਰੂ ਮਹਾਰਾਜ ਜੀ ਦੇ ਅੱਗੇ ਲਿਆ ਕੇ ਕਾਰ ਭੇਟਾ ਵਿੱਚ ਹਿੱਸਾ ਪਾਉਂਦੇ ਹਨ। ਬਾਤੇ ਤੀਰਥਨ ਸੁਨ ਬਖਿਆਤੇ, ਜਹਾਂ ਜਹਾਂ ਗੁਰ ਗਏ ਸਖਿਆਤੇ। ਗੱਲਾਂ ਪੁੱਛਦੇ, ਜਿੱਧਰ ਜਿੱਧਰ ਗੁਰੂ ਤੇਗ ਬਹਾਦਰ ਮਹਾਰਾਜ ਗਏ, ਕੀ ਕੁਝ ਕੀਤਾ, ਕੌਣ ਕੌਣ ਮਿਲੇ, ਉਹ ਸਾਰੀਆਂ ਬਾਤਾਂ ਨਾਲ ਦੇ ਗੁਰਸਿੱਖ ਦੂਸਰੀ ਸੰਗਤ ਜਿਹੜੀ ਆਈ ਉਹਨਾਂ ਨੂੰ ਦੱਸਦੇ ਹਨ। ਧਨ ਅਨਗਿਣਤ ਨਿਤ ਗੁਰ ਢਿਗ ਆਵੇ, ਅਸਨ ਬਸਨ ਬਾਛਤ ਸਭ ਪਾਵੇ। ਧਨ ਗੁਰੂ ਮਹਾਰਾਜ ਜੀ ਦੇ ਘਰ ਕਮੀ ਕਿਸੇ ਚੀਜ਼ ਦੀ ਹੈ ਹੀ ਨਹੀਂ। ਅਣਗਿਣਤ ਧਨ ਆਉਂਦਾ ਹੈ। ਤੇ ਬਸ ਇਹ ਹੈ ਕਿ ਸੰਗਤ ਦਾ ਭਲਾ ਕਰਦੇ ਮਹਾਰਾਜ। ਇਹ ਜਿਹੜਾ ਧਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਸੀਂ ਭੇਟ ਕਰਦੇ, ਗੁਰੂ ਨੂੰ ਧਨ ਦੀ ਲੋੜ ਨਹੀਂ ਹੋਇਆ ਕਰਦੇ। ਇਹ ਸਾਡੀ ਜ਼ਰੂਰਤ ਹੈ ਕਿ ਗੁਰੂ ਮਹਾਰਾਜ ਜੀ ਦੀ ਸੇਵਾ ਵਿੱਚ ਸਾਡਾ ਧਨ ਲੱਗ ਜਾਵੇ। ਇਉਂ ਗੁਰਸਿੱਖ ਸੰਗਤਾਂ ਅਨੇਕਾਂ ਪ੍ਰਕਾਰ ਦੇ ਵਸਤਰ, ਲੰਗਰ, ਹੋਰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਗੁਰੂ ਘਰ ਆ ਕੇ ਅਰਪਣ ਕਰਦੀਆਂ ਹਨ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨੀ ਭੇਟ ਚੜਾਉਂਦੀਆਂ ਹਨ। ਧਨ ਬੇਅੰਤ ਕਾਮਰੂ ਦੇਸੋ, ਲਿਆਏ ਅਰਪਨਿਓ ਸਿਖਨ ਨਰੇਸੋ। ਬੇਅੰਤ ਧਨ ਕਾਮਰੂਪ ਦੇਸ਼ ਤੋਂ ਰਾਜੇ ਨੇ ਆ ਕੇ ਮਹਾਰਾਜ ਨੂੰ ਅਰਪਣ ਕੀਤਾ ਸੀ।
ਉਹ ਵੀ ਗੁਰਸਿੱਖ ਲੈ ਆਏ ਸੰਗਤਾਂ ਦੇ ਵਿੱਚ। ਉਹ ਵੀ ਲੋੜਵੰਦਾਂ ਨੂੰ ਖੁੱਲ੍ਹਾ ਵੰਡਿਆ ਗਿਆ ਔਰ ਨਾਲੋਂ ਨਾਲ ਗੁਰੂ ਘਰ ਦੀ ਇਮਾਰਤ ਜੋ ਸੇਵਾ ਚੱਲ ਰਹੀ ਹੈ ਉਹਦੇ ਵਿੱਚ ਵੀ ਲਾਇਆ ਗਿਆ। ਦੀਪ ਚੰਦ ਲਾਉਨੇ ਪਹਾੜੀ ਆਏ ਦਰਸ਼ਨ ਹਿਤ ਮੁਦਤਾਰੀ। ਰਾਜਾ ਪਹਾੜੀ ਰਾਜਾ ਦੀਪ ਚੰਦ ਸੀ, ਉਹਦੀ ਪਤਨੀ ਚੰਪਾ ਰਾਣੀ ਚੰਪਾ ਸੀ ਜਿਹਦੇ ਕੋਲੋਂ ਮੁੱਲ ਖਰੀਦੀ ਸੀ ਜਗ੍ਹਾ। ਉਹ ਵੀ ਆਈ ਦਰਸ਼ਨ ਨੂੰ, ਮਹਾਰਾਜ ਜੀ ਦੇ ਦਰਸ਼ਨ ਕੀਤੇ, ਬੜਾ ਸਤਿਕਾਰ ਦਿੱਤਾ। ਚੀਜ਼ਾਂ ਅਦਭੁਤ ਦੇਖ ਲਵਾਨੇ ਬਾतें ਸੁਣ ਸੁਣ ਰਹੇ ਹੈਰਾਨੇ। ਬਹੁਤ ਤਰ੍ਹਾਂ ਦੀਆਂ ਅਦਭੁਤ ਚੀਜ਼ਾਂ। ਗੁਰਸਿੱਖ ਆਪਣੇ ਗੁਰੂ ਦੇ ਉੱਤੋਂ ਜਾਨ ਅਰਪਣ ਕਰ ਦਿੰਦਾ, ਬਾਕੀ ਦੁਨੀਆ ਦੀਆਂ ਚੀਜ਼ਾਂ ਤਾਂ ਪਿੱਛੇ ਰਹਿ ਜਾਂਦੀਆਂ ਹਨ। ਅੱਛੀ ਤੋਂ ਅੱਛੀ, ਸੋਹਣੀ ਤੋਂ ਸੋਹਣੀ ਚੀਜ਼ ਗੁਰੂ ਘਰ ਗੁਰੂਦੁਆਰੇ ਗੁਰਸਿੱਖ ਲੈ ਕੇ ਹੁੰਦੇ। ਐਸੀਆਂ ਵਸਤੂਆਂ ਗੁਰਸਿੱਖਾਂ ਨੇ ਗੁਰੂ ਜੀ ਨੂੰ ਅਰਪਣ ਕੀਤੀਆਂ ਜਿਹੜੀਆਂ ਰਾਜੇ ਮਹਾਰਾਜਿਆਂ ਦੇ ਘਰਾਂ 'ਚ ਵੀ ਹੈ। ਪਹਾੜੀ ਰਾਜੇ ਵੇਖ ਵੇਖ ਕੇ ਹੈਰਾਨ ਰਹਿ ਗਏ ਵੀ ਇਸ ਗੁਰਸਿੱਖ ਗੁਰੂ ਦੇ ਪ੍ਰਤੀ ਬਹੁਤ ਸ਼ਰਧਾ ਰੱਖਦੇ ਹਨ। 3 ਸਾਲ ਬਿਤੇ ਵਿਦ ਏਸੈ ਪੁਰ ਮੈਂ ਰੌਣਕ ਭਈ ਬਸੇਸੈ। ਕਿਉਂ ਕਵੀ ਜੀ ਕਹਿੰਦੇ ਲਗਭਗ 3 ਸਾਲ ਲੰਘ ਗਏ ਸਨ ਮਹਾਰਾਜ ਨੂੰ ਇੱਧਰ ਉੱਧਰ। ਫੇਰ ਕਹਿੰਦੇ ਰੌਣਕ ਪਈ ਆਨੰਦਪੁਰ ਸਾਹਿਬ ਵਿੱਚ। ਤਵਲੋ ਪਟਨੇ ਤੇ ਆਨੰਦਪੁਰ ਦਸ਼ਮੇਸ਼। ਉਧਰੋਂ ਕਹਿੰਦੇ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਤੋਂ ਸੁਨੇਹਾ ਭੇਜ ਦਿੱਤਾ, ਕੁਝ ਸਿੱਖ ਭੇਜ ਦਿੱਤੇ, ਪਟਨਾ ਸਾਹਿਬ ਪਹੁੰਚੇ ਤੇ ਪਟਨਾ ਸਾਹਿਬ ਤੋਂ ਦਸ਼ਮੇਸ਼ ਪਿਤਾ ਬਾਜਾਂ ਵਾਲੇ ਪਾਤਸ਼ਾਹ ਕਲਗੀਧਰ ਮਹਾਰਾਜ ਨੂੰ ਪਰਿਵਾਰ ਸਮੇਤ ਪੰਜਾਬ ਬੁਲਾ ਲਿਆ। ਉਹ ਵੀ ਪਟਨੇ ਵਿੱਚ ਉਹਨਾਂ ਦਾ ਬਹੁਤਾ ਦਿਲ ਨਹੀਂ ਸੀ ਲੱਗਦਾ। ਉਹਨਾਂ ਦਾ ਜੋ ਹੈ ਉਹ ਅਗਲੇ ਇਤਿਹਾਸ ਵਿੱਚ ਉਹਨਾਂ ਬਾਰੇ ਆਏਗਾ, ਪਰ ਇੱਥੇ ਗੁਰੂ ਤੇਗ ਬਹਾਦਰ ਜੀ ਬਾਰੇ ਦੱਸ ਰਹੇ ਹਨ ਕਿ ਉਹਨਾਂ ਨੇ ਦਸ਼ਮੇਸ਼ ਪਿਤਾ ਜੀ ਨੂੰ, ਆਪਣੇ ਪਰਿਵਾਰ ਨੂੰ ਪਟਨੇ ਦੀ ਪਾਵਨ ਧਰਤੀ ਤੋਂ ਪੰਜਾਬ ਬੁਲਾ ਲਿਆ ਹੈ। ਉਨਕਾ ਦਰਸ਼ਨ ਕਰਨ ਹਿਤ ਸੰਗਤ ਆਈ ਖਸੇਸ। ਉਹਨਾਂ ਦਾ ਦਰਸ਼ਨ ਕਰਨ ਵਾਸਤੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੇ ਫਰਜ਼ੰਦ ਬਾਲਾ ਪ੍ਰੀਤਮ ਆ ਰਹੇ ਹਨ, ਉਹਨਾਂ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਵਿਸ਼ੇਸ਼ ਰੂਪ ਵਿੱਚ ਦੂਰੋਂ ਨੇੜੇ ਚੱਲ ਕੇ ਆਈਆਂ। ਕਲਗੀਧਰ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਸੰਗਤਾਂ। ਲੀਲਾ ਅੰਗ ਭਾਂਤ ਕੀ ਹੋਵਤ ਸਦਾ ਪੜਾਈ ਵਿਦਿਆ। ਤੇ ਸਾਧ ਸੰਗਤ ਜੀ ਅਨੇਕਾਂ ਪ੍ਰਕਾਰ ਦੀ ਲੀਲਾ ਹੋ ਰਹੀ ਹੈ, ਬੜੀ ਵਿਦਿਆ। ਉਸ ਜਗ੍ਹਾ ਤੇ ਕਲਗੀਧਰ ਮਹਾਰਾਜ ਦੇ ਆਉਣ ਦੇ ਉੱਤੇ ਨਾ ਮਦਰ ਦੇਸ਼ ਹਮ ਕੋ ਲੈ ਆਏ ਭਾਂਤ ਭਾਂਤ ਦਈਨ ਦੁਲਰਾਏ। ਕਿੰਨੀ ਅਨਕ ਭਾਂਤ ਤਨ ਰਸ਼ਾ ਦੀਨੀ ਭਾਂਤ ਭਾਂਤ ਕੀ ਸ਼ਿਸ਼ਾ। ਉਹ ਆਪਣੀ ਬਾਣੀ 'ਚ ਲਿਖਦੇ ਆ, ਕਹਿੰਦੇ ਮਦਰ ਦੇਸ਼ ਪੰਜਾਬ ਨੂੰ ਕਹਿੰਦੇ ਆ। ਕਹਿੰਦੇ ਜਦੋਂ ਪੰਜਾਬ ਵਿੱਚ ਲਿਆਏ ਸਾਨੂੰ ਤੇ ਉੱਥੇ ਸਾਡੀ ਬਹੁਤ ਸੰਭਾਲ ਕੀਤੀ, ਅਨੇਕਾਂ ਤਰ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਦਿੱਤੀਆਂ ਤੇ ਸਾਡੀ ਸਾਂਭ ਸੰਭਾਲ ਬੜੇ ਤਰੀਕੇ ਕੀਤੀ ਗਈ। ਇਹ ਉਹਨਾਂ ਆਪ ਆਪਣੀ ਪਾਵਨ ਬਾਣੀ ਵਿੱਚ ਦੱਸਿਆ ਹੈ। ਤਾਂ ਉਸੇ ਤਰ੍ਹਾਂ ਇੱਥੇ ਕਵੀ ਜੀ ਦੱਸ ਰਹੇ ਨੇ ਕਿ ਦਸ਼ਮੇਸ਼ ਪਿਤਾ ਕਲਗੀਧਰ ਮਹਾਰਾਜ ਨੂੰ ਵੀ ਇਸੇ ਤਰ੍ਹਾਂ ਵਿਦਿਆ ਪੜ੍ਹਾਈ ਦੀ ਸਾਰਾ ਇੰਤਜ਼ਾਮ ਕੀਤਾ ਗਿਆ। ਸਮਤ 37 ਹੈ ਵਿੱਚ ਵਿਆਹ ਕਰਿਓ ਪਰ ਸਿੱਧਿਆ। ਅਗਲੀ ਪੜ੍ਹ ਦਿਓ। ਹਾਂ। ਜੈ ਉਪਦੇਸ਼ ਬਸੇ ਸਿੱਖ ਗੁਰੂ ਤੇਗ ਬਹਾਦਰ ਤਾਰੇ। ਇੱਥੇ ਹੀ ਕਵੀ ਜੀ ਇਹ ਵੀ ਦੱਸ ਰਹੇ ਆ ਕਿ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਧੰਨ ਧੰਨ ਸਭ ਤੋਂ ਵੱਡੇ ਮਹਿਲ ਹੈ ਮਾਤਾ ਜੀਤਾ ਜੀ, ਉਹਨਾਂ ਦੇ ਪਰਿਵਾਰ ਦੇ ਜੀ ਤੇ ਹੋਰ ਵੀ ਗੁਰਸਿੱਖ ਆਏ ਹਨ। ਉਹਨਾਂ ਨੇ ਵੀ ਆ ਕੇ ਵਿਆਹ ਤੇ ਆਦਿਕ ਦੀ ਗੱਲ ਕੀਤੀ ਹੈ। ਪਰ ਜਿਹੜਾ ਮਹਾਰਾਜ ਦਾ ਵਿਆਹ ਹੈ ਪਹਿਲਾ ਮਾਤਾ ਜੀਤਾ ਜੀ ਦੇ ਨਾਲ, ਸਾਡੀ ਮਾਤਾ ਦੇ ਨਾਲ, ਉਹ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਹੋਇਆ। ਗੁਰੂ ਕੀ ਲਾਹੌਰ ਨਗਰ ਵਸਾਇਆ। ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਰਧਾਲੂ ਹੈ, ਪ੍ਰੇਮੀ ਹੈ। ਉਹ ਆਏ ਨੇ ਦਰਸ਼ਨ ਕਰਨ ਲਈ, ਗੱਲਬਾਤ ਵੀ ਕੀਤੀ ਹੈ। ਪਹਿਲੇ ਸਮਿਆਂ ਵਿੱਚ ਇਸੇ ਤਰੀਕੇ ਹੁੰਦਾ ਸੀ ਕਿ ਪਹਿਲਾਂ ਹੀ ਛੋਟੀ ਉਮਰ ਵਿੱਚ ਹੀ ਲੜਕੀ ਵਾਲੇ ਵਰ ਨੂੰ ਪਸੰਦ ਕਰ ਲਿਆ ਕਰਦੇ ਸਨ। ਥੋੜਾ ਸਮਾਂ ਪਾ ਕੇ ਫਿਰ ਵਿਆਹ ਹੋ ਜਾਇਆ ਕਰਦਾ, ਫਿਰ ਥੋੜਾ ਸਮਾਂ ਹੋਰ ਪਾ ਕੇ ਫਿਰ ਮੁਕਲਾਵਾ ਬਾਅਦ ਵਿੱਚ ਭੇਜਿਆ ਜਾਂਦਾ ਸੀ। ਐਸਾ ਦੱਸ ਰਹੇ ਹਨ। ਦੇ ਉਪਦੇਸ਼ ਬਸੇਸ ਸਿੱਖ ਗੁਰੂ ਤੇਗ ਬਹਾਦਰ ਤਾਰੇ। ਦੁੱਟ ਨਰੰਗੇ ਜੋਰ ਸੰਗ ਬਹੁਤ ਹੋ ਹਿਤ ਹਿੰਦੂ ਤੁਰਕ ਕਰ ਡਾਰੇ। ਹਾਂ, ਕਹਿੰਦੇ ਦੁਸ਼ਟ ਉਧਰੋਂ ਔਰੰਗਜ਼ੇਬ ਬਾਦਸ਼ਾਹ ਦਾ ਰਾਜ ਹੈ। ਨਰੰਗਾ ਇਤਿਹਾਸ ਵਿੱਚ ਉਹਨੂੰ ਲਿਖਿਆ। ਕਹਿੰਦੇ ਔਰੰਗਜ਼ੇਬ ਬੜਾ ਦੁਸ਼ਟ ਹੈ, ਉਹ ਹਿੰਦੂ ਲੋਕਾਂ ਨੂੰ ਬੜਾ ਤੰਗ ਕਰ ਰਿਹਾ।
ਦੂਸਰੇ ਧਰਮ ਨੂੰ ਉਹ ਪਸੰਦ ਨਹੀਂ ਕਰਦਾ ਹੈ। ਆਸੇ ਦੁਖ ਹੋਏ ਹਿੰਦੂ ਸਭ ਗੋਟਿਕ ਜਾਏ ਪੁਕਾਰੇ। ਸਾਰੇ ਹੀ ਹਿੰਦੂ, ਜਦੋਂ ਉਹਨਾਂ ਨੂੰ ਤੰਗ ਕੀਤਾ, ਉਹਨੇ ਤੰਗ ਇੰਨਾ ਕੀਤਾ ਕਿ ਉਹਨਾਂ ਨੂੰ ਕਹੇ ਵੀ ਆਪਣੇ ਧਰਮ ਦੀ ਜੋ ਚਿੰਨ੍ਹ ਹਨ ਉਹ ਤੁਸੀਂ ਨਹੀਂ ਪਹਿਨ ਸਕਦੇ, ਆਜ਼ਾਦੀ ਨਹੀਂ, ਤਿਲਕ ਨਹੀਂ ਲਾ ਸਕਦੇ। ਜੇ ਕੋਈ ਤਿਲਕ ਲਾ ਦਿੰਦਾ ਉਹਨੂੰ ਤਿਲਕ ਨੂੰ ਇੱਥੇ ਤੱਕ ਵੀ ਆਇਆ ਕਿ ਚੱਟ ਦਿੰਦੇ ਜੀਭ ਦੇ ਨਾਲ ਮੁੱਲੇ ਮੁਲਾਨੇ। ਜੇ ਕੋਈ ਆਪਣੇ ਸਰੀਰ ਦੇ ਉੱਤੇ ਜਨੇਊ ਧਾਰਨ ਕਰਦਾ ਹੈ ਉਹਨੂੰ ਜਾਂ ਤੇ ਲਾਲਚ ਦੇਣਾ ਜਾਂ ਡਰਾਉਣਾ ਧਮਕਾਉਣਾ, ਕਿਸੇ ਨਾ ਕਿਸੇ ਤਰੀਕੇ ਉਹਦੇ ਕੋਲੋਂ ਧਰਮ ਪਰਿਵਰਤਨ ਕਰਾਉਣਾ। ਇਸ ਤਰ੍ਹਾਂ ਦੇ ਹੁਕਮ ਜਾਰੀ ਕਰ ਦਿੱਤੇ ਗਏ ਕਿ ਕੋਈ ਗੈਰ ਮੁਸਲਮਾਨ ਹੈ ਜਿਹੜਾ ਇਸ ਦੇਸ਼ ਦੇ ਵਿੱਚ ਉੱਚੇ ਅਹੁਦੇ ਤੇ ਨੌਕਰੀ ਨਹੀਂ ਕਰ ਸਕੇਗਾ। ਸਰਕਾਰੀ ਥਾਵਾਂ ਦੇ ਉੱਤੇ ਉਹਨਾਂ ਦੀ ਭਰਤੀ ਬੰਦ ਕਰ ਦਿੱਤੀ ਗਈ। ਜਿਹੜਾ ਕੋਈ ਧਰਮ ਇਸਲਾਮ ਨੂੰ ਕਬੂਲ ਕਰ ਲੈਂਦਾ ਹੈ, ਕਲਮਾ ਪੜ੍ਹ ਲੈਂਦਾ ਹੈ, ਉਹਨੂੰ ਫਿਰ ਹਰ ਪਾਸੇ ਤੋਂ ਮਾਨ ਸਨਮਾਨ ਤੇ ਹੋਰ ਵੀ ਕਈ ਤਰ੍ਹਾਂ ਦੇ ਟੈਕਸ ਤੇ ਆਦਿਕ ਵਾਧੂ ਲਾ ਦਿੱਤੇ ਗਏ ਇਹਨਾਂ ਲੋਕਾਂ ਦੇ ਉੱਤੇ। ਤੇ ਉਹ ਲੋਕਾਂ ਨੂੰ ਜਬਰੀ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਔਰੰਗਜ਼ੇਬ ਨੇ। ਹੁਕਮ ਅਕਾਲ ਪੁਰਖ ਕਾ ਤੁਮਕੋ ਰਾਖੋ ਧਰਮ ਹਮਾਰੇ। ਤੇ ਜਦੋਂ ਇਹ ਚਾਰੇ ਪਾਸੇ ਤੋਂ ਹਿੰਦੂ ਧਰਮ ਦੀ ਕਹਿ ਲੋ ਕਿ ਇਉਂ ਉਹ ਖਤਮ ਕਰਨ ਦੇ ਉੱਤੇ ਆ ਗਿਆ, ਹਿੰਦੂਆਂ ਨੂੰ ਤੰਗ ਕਰਨ ਲੱਗ ਪਿਆ, ਕਈ ਹਿੰਦੂਆਂ ਨੂੰ ਥਾਂ ਤੇ ਮਾਰਨ ਲੱਗ ਪਏ, ਮੰਦਿਰ ਵੀ ਢਾਹ ਕੇ। ਭਾਈ ਗੁਰਦਾਸ ਜੀ ਨੇ ਲਿਖਿਆ, ਠਾਕੁਰ ਦੁਆਰੇ ਢਾਏ ਕਹਤੇ ਠੌੜੀ ਮਾਸੀ ਤੇ ਉਚਾਰਾ। ਠਾਕੁਰ ਦੁਆਰੇ ਜਾਨੀ ਮੰਦਿਰਾਂ ਨੂੰ ਢਾਹ ਕੇ ਉਹਨਾਂ ਦੀ ਥਾਂ ਮਸਜਿਦਾਂ ਉਸਾਰ ਦਿੱਤੀਆਂ ਗਈਆਂ। ਐਸਾ ਕੁਝ ਜਦੋਂ ਹੋਇਆ ਫਿਰ ਹਿੰਦੂ ਲੋਕ ਆਪਸ ਵਿੱਚ ਬੈਠ ਕੇ ਵਿਚਾਰਾਂ ਕਰਨ ਲੱਗੇ ਕਿ ਕੋਈ ਤਾਂ ਹੱਲ ਕਰੀਏ, ਕੋਈ ਤਾਂ ਰਾਹ ਲੱਭੀਏ ਜਿਹਦੇ ਕਰਕੇ ਸਾਡਾ ਧਰਮ ਬਚ ਜਾਵੇ। ਫਿਰ ਉਹਨਾਂ ਆਪੋ ਆਪਣੇ ਜੋ ਧਾਰਮਿਕ ਸਥਾਨ ਸਨ ਉਹਨਾਂ ਤੇ ਜਾ ਕੇ ਪੂਜਾ ਕੀਤੀ, ਜਗ ਕੀਤੇ, ਹਵਨ ਕੀਤੇ, ਬਹੁਤ ਜੋ ਕੁਝ ਪੂਜਾ ਸੀ ਉਹ ਕੀਤੀ, ਪਰ ਸਾਧ ਸੰਗਤ ਕਿਸੇ ਪਾਸਿਓਂ ਉਹਨਾਂ ਨੂੰ ਰਾਹ ਨਾ ਲੱਭਾ। ਸਾਡੇ ਇਤਿਹਾਸ ਵਿੱਚ ਤੁਆਰੀ ਗੁਰੂ ਖਾਲਸਾ ਵਿੱਚ ਜਾਂ ਗੁਰਪ੍ਰਤਾਪ ਵਿੱਚ ਸਾਡੇ ਵਿਦਵਾਨਾਂ ਐਸਾ ਲਿਖਿਆ ਕਿ ਉਹਨਾਂ ਨੂੰ ਆਕਾਸ਼ਬਾਣੀ ਹੋਈ। ਕਈ ਥਾਈਂ ਤਾਂ ਐਸਾ ਲਿਖਿਆ, ਇੱਕ ਥਾਂ ਲਿਖਿਆ ਕਿ ਉਹਨਾਂ ਨੂੰ ਇੱਕ ਚਿੱਠੀ ਲੱਭੀ, ਤੇ ਇੱਕ ਥਾਂ ਐਸਾ ਵੀ ਲਿਖਿਆ ਕਿਸੇ ਸਿਆਣੇ ਗੁਰਸਿੱਖ ਨੇ ਜਾਂ ਕਿਸੇ ਚੰਗੇ ਬੰਦੇ ਨੇ ਉਹਨੂੰ ਆਖਿਆ ਕਿ ਜੇ ਤੁਸੀਂ ਆਪਣੇ ਧਰਮ ਨੂੰ ਬਚਾਉਣਾ ਚਾਹੁੰਦੇ ਹੋ ਨਾ ਤੇ ਤੁਸੀਂ ਕਿਸੇ ਹੋਰ ਪਾਸੇ ਇਹਦੀ ਰੱਖਿਆ ਨਹੀਂ ਹੋਣੀ, ਹੋਰ ਪਾਸੇ ਭਟਕਦੇ ਨਾ ਫਿਰੋ, ਤੁਸੀਂ ਇਉਂ ਕਰੋ ਆਨੰਦਪੁਰ ਸਾਹਿਬ ਚਲੇ ਜਾਓ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਨ ਧਰਮ ਰੱਖਿਅਕ, ਉਹਨਾਂ ਕੋਲ ਜਾ ਕੇ ਬੇਨਤੀ ਕਰੋ, ਉਹ ਕੋਈ ਤੁਹਾਡਾ ਹੱਲ ਕਰਨਗੇ। ਇਉਂ ਇਹ ਜਿਹੜੇ ਪੰਡਤ ਸਨ ਜਿਨ੍ਹਾਂ ਦਾ ਨਾਮ ਕਸ਼ਮੀਰੀ ਪੰਡਤ ਕਰਕੇ ਜ਼ਿਆਦਾ ਇਤਿਹਾਸਾਂ ਵਿੱਚ ਆਉਂਦਾ ਹੈ, ਇਹ ਚੱਲ ਕੇ ਸਾਧ ਸੰਗਤ ਜੀ ਆਨੰਦਪੁਰ ਸਾਹਿਬ ਪਹੁੰਚੇ ਹਨ। ਬੋਲੇ ਗੁਰ ਸਤਪੁਰਖ ਜੇ ਕੋਈ ਸੀਸ ਬਲੀ ਦੇਵੈ। ਉਸ ਵੇਲੇ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਆਪ ਜੀ ਦੇ ਅੱਗੇ ਬੇਨਤੀ ਹੈ ਕਿ ਸਾਡਾ ਧਰਮ ਰੱਖੋ। ਬੜੀ ਗਰੀਬੀ ਨਾਲ ਆਏ, ਆਜਜ਼ੀ ਨਾਲ ਆਏ, ਹੱਥ ਜੋੜ ਕੇ। ਜਿੱਥੇ ਅੱਜ ਕੱਲ੍ਹ ਗੁਰਦੁਆਰਾ ਭੋਰਾ ਸਾਹਿਬ, ਗੁਰੂ ਕਾ ਮਹਿਲ, ਉੱਥੇ ਗੁਰੂ ਸਾਹਿਬ ਦਾ ਘਰ ਵੀ ਸੀ, ਉਹਦੇ ਵਿੱਚ ਹੀ ਗੁਰਦੁਆਰਾ ਬਣਿਆ ਹੋਇਆ ਥੜਾ ਸਾਹਿਬ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਕਸ਼ਮੀਰੀ ਪੰਡਤ ਆ ਕੇ ਉਹਨਾਂ ਫਰਿਆਦ ਕੀਤੀ ਸੀ ਜੀ ਜਾਓ ਦਰਸ਼ਨ ਹੋ ਜਾਂਦੇ ਆ। ਉਹਨਾਂ ਆ ਕੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ। ਉੱਥੇ ਫਿਰ ਮਹਾਰਾਜ ਨੇ ਆਖਿਆ, ਭਾਈ ਤੁਹਾਡੇ ਧਰਮ ਦੀ ਰੱਖਿਆ ਰਹਿ ਸਕਦੀ ਹੈ ਤਾਂ ਅਗਰ ਕੋਈ ਤਪੱਸਿਆ ਵਾਲਾ, ਕੋਈ ਬਲੀ ਪੁਰਸ਼, ਕੋਈ ਬਹੁਤ ਵੱਡਾ ਸਤ ਪੁਰਸ਼ ਕੋਈ ਧਰਮ ਦੇ ਲਈ ਆਪਣਾ ਸੀਸ ਭੇਟ ਕਰ ਸਕਦਾ ਹੋਵੇ, ਜੇ ਕੋਈ ਆਪਣੀ ਜਾਨ ਕੁਰਬਾਨ ਕਰ ਸਕਦਾ ਹੈ ਤਾਂ ਫਿਰ ਤੁਹਾਡਾ ਧਰਮ ਰਹਿ ਸਕਦਾ ਹੈ। ਇਉਂ ਗੁਰੂ ਤੇਗ ਬਹਾਦਰ ਜੀ ਨੇ ਆਖਿਆ, ਤਾਵੇ ਧਰਮ ਹਿੰਦ ਨਾ ਠਹਿਰੇ ਨਾ ਤਰ ਜਾਏ ਅਜਿਵੇ। ਮਹਾਰਾਜ ਕਹਿੰਦੇ ਤਾਂ ਇਹ ਧਰਮ ਰਹੂਗਾ, ਨਹੀਂ ਤਾਂ ਹੀ ਤੁਹਾਡਾ ਧਰਮ ਰਹਿ ਨਹੀਂ ਸਕਦਾ। ਧਰਮ ਜਿਹੜੇ ਰਹਿੰਦੇ ਆ ਨਾ ਉਹ ਸਿਰਾਂ ਦੇ ਸਿਰ ਤੇ ਰਹਿੰਦੇ ਆ, ਬਲੀਦਾਨ ਦੇ ਸਿਰ ਤੇ ਰਹਿੰਦੇ ਆ, ਗੱਲੀ ਬਾਤੀ ਧਰਮ ਨਹੀਂ ਰਿਹਾ ਕਰਦਾ। ਇਉਂ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਨੂੰ ਆਖਿਆ, ਸਾਹਿਬਜ਼ਾਦਾ ਗੋਬਿੰਦ ਸਿੰਘ ਤਬ ਖੇਤੀ ਤੈ ਆਇਓ। ਉਸ ਵੇਲੇ ਇਹਨਾਂ ਦੀਆਂ ਨੀਵੀਆਂ ਪੈ ਗਈਆਂ, ਇਹਨਾਂ ਚ ਕੋਈ ਵੀ ਸਿਰ ਦੇਣ ਵਾਲਾ ਨਾ, ਕੌਣ ਇਹਨਾਂ ਦਾ ਕੋਈ ਆਗੂ,
ਜਿਨ੍ਹਾਂ ਦੇ ਪਿੱਛੇ ਤੁਰੇ ਫਿਰਦੇ ਸਨ, ਕਿਸੇ ਨੇ ਇਹਨਾਂ ਦੀ ਬਾਂਹ ਨਾ ਫੜੀ ਉਸ ਵੇਲੇ। ਤਾਂ ਫਿਰ ਕਵੀ ਜੀ ਲਿਖਦੇ ਹਨ, ਗਿਆਨੀ ਜਾਨ ਸਿੰਘ ਜੀ ਕਹਿੰਦੇ ਸਾਹਿਬਜ਼ਾਦਾ ਗੋਬਿੰਦ ਰਾਏ ਜੀ ਉਸ ਵੇਲੇ ਖੇਡ ਰਹੇ ਸਨ, ਆਲੇ ਦੁਆਲੇ ਉਹਨਾਂ ਦੀ ਗੱਲਬਾਤ ਸੁਣ ਰਹੇ ਸਨ, ਤੇ ਉਹ ਅੱਗੇ ਆਏ। ਮਹਾਰਾਜ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਗੋਦ ਵਿੱਚ ਬੈਠੇ ਹਨ। ਸਮਾਜ ਜਵਾਬ ਦਹੂੰ ਜਿਸਕੇ ਸੁਨ ਨਿਜ ਪਤ ਗੁਰ ਪ੍ਰਤ ਗਾਇਓ। ਉਸ ਵੇਲੇ ਦੋਵੇਂ ਪਾਸਿਆਂ ਤੋਂ ਗੱਲਾਂ ਬਾਤਾਂ ਚੱਲ ਰਹੀਆਂ ਸਨ, ਤੇ ਗੁਰੂ ਦਸ਼ਮੇਸ਼ ਪਿਤਾ ਜੀ ਗੋਦ ਵਿੱਚ ਆਪਣੇ ਪਿਤਾ ਦੀ ਬੈਠ ਕੇ ਬਚਨ ਕਰਨ ਲੱਗੇ। ਐਸ ਮੁਰਾਵਰ ਸਮ ਜਗ ਮੈਂ ਸਮਰਥ ਪਰ ਉਪਕਾਰੀ। ਉਹਨਾਂ ਨੇ ਆਪਣੇ ਪਿਤਾ ਜੀ ਨੂੰ ਗੋਦੀ ਵਿੱਚ ਬੈਠ ਕੇ ਆਖਿਆ, ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਤਮਾ ਕੌਣ ਹੋ ਸਕਦਾ ਹੈ ਇਸ ਧਰਤੀ ਉੱਤੇ? ਅੱਜ ਦੀ ਘੜੀ, ਇਸ ਸਮੇਂ, ਇਸ ਵਕਤ ਕੌਣ ਐਸਾ ਮਹਾਤਮਾ, ਐਸਾ ਪਰਉਪਕਾਰੀ, ਐਡਾ ਬਲੀ ਕੌਣ ਹੈ? ਮਹਾਰਾਜ ਤੁਹਾਡੇ ਵਰਗਾ ਤਾਂ ਕੋਈ ਹੋਰ ਹੈ ਹੀ ਨਹੀਂ। ਨਾ ਮਹਾਤਮਾ ਹੈ ਧਰਮਾਤਮਾ ਪੂਰਨ ਪੁਰਖ ਅਵਤਾਰੀ। ਨਾ ਤੁਹਾਡੇ ਵਰਗਾ ਕੋਈ ਮਹਾਤਮਾ, ਨਾ ਕੋਈ ਧਰਮਾਤਮਾ, ਨਾ ਕੋਈ ਤੁਹਾਡੇ ਵਰਗਾ ਪੂਰਨ ਪੁਰਖ ਅਵਤਾਰੀ ਹੈ। ਆਪ ਹੀ ਹੋ ਜੀ ਏਡੇ ਵੱਡੇ। ਜੇ ਸਿਰ ਦੀਏ ਪਰਜਾ ਬਚੈ ਤੋ ਬਿਨ ਦੇਰੀ ਦਈਏ। ਮਹਾਰਾਜ ਅਗਰ ਇਹ ਲੋਕ ਸਿਰ ਦਿੱਤਿਆਂ ਬਚ ਸਕਦੇ ਹਨ ਤੇ ਫਿਰ ਆਪ ਹੀ ਸਿਰ ਦੇ ਦਿਓ ਮਹਾਰਾਜ, ਬਿਨਾਂ ਦੇਰੀ ਸਿਰ ਦਓ ਜੀ। ਨਵੇਂ ਵਾਰਿਸ ਕੇ ਸਮ ਸੌਦਾ ਔਰ ਨ ਕੋਈ ਪਕੀਏ। ਇਹ ਤੋਂ ਵਧੀਆ ਹੋਰ ਨਫੇ ਵਾਲਾ ਸੌਦਾ ਹੋਰ ਕੋਈ ਹੋ ਨਹੀਂ ਸਕਦਾ। ਇਉਂ ਦਸ਼ਮੇਸ਼ ਪਿਤਾ ਜੀ ਨੇ ਸਾਧ ਸੰਗਤ ਚ ਇਹ ਬਚਨ ਕੀਤਾ। ਫਿਰ ਵੀ ਇੱਕ ਦਿਨ ਤਜਨਾ ਹੈ ਤਨ ਕਿਉਂ ਨਾ ਅਮਰ ਪਦ ਲਿਓ। ਉਂਝ ਵੀ ਤਾਂ ਇੱਕ ਦਿਨ ਸਰੀਰ ਨੇ ਜਾਣਾ ਹੀ ਹੈ ਪਾਤਸ਼ਾਹ ਜੀ, ਫਿਰ ਸ਼ਹੀਦੀ ਦੇ ਕੇ ਅਮਰ ਪਦਵੀ ਪ੍ਰਾਪਤ ਕਰਨੀ ਚਾਹੀਦੀ ਹੈ। ਜੋ ਧਿਆਨਤਾ ਸੋੜ ਬੰਸ ਹੋਵੇ ਪੂਜ ਦੂਜ ਸਚ ਥੈਓ। ਤੇ ਮਹਾਰਾਜ ਧਨਤਾ ਦੇ ਯੋਗ ਸੋਢੀ ਬੰਸ ਹੈ, ਦੁਨੀਆ ਪੂਜਦੀ ਹੈ। ਸੁਨ ਗੁਰ ਨਾਮ ਖੁਸ਼ੀ ਮਨ ਥੀਏ ਸਮਰਭ ਲਗ ਦਸ਼ਮੇਸ਼ੈ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਇਹ ਵਚਨ ਸੁਣ ਕੇ ਖੁਸ਼ ਹੋ ਗਏ। ਸਗੋਂ ਮਨ ਤੇ ਚਿਹਰੇ ਤੇ ਉਦਾਸੀ ਨਹੀਂ ਆਈ, ਸਗੋਂ ਖੁਸ਼ ਹੋ ਗਏ, ਕਿਉਂਕਿ ਜਿਸ ਕਾਰਜ ਲਈ ਉਹ ਆਏ ਸਨ ਉਹਨਾਂ ਨੂੰ ਪਤਾ ਹੈ ਵੀ ਇਸੇ ਕੰਮ ਲਈ ਆਏ। ਉਹ ਆਪ ਵੀ ਕਹਿੰਦੇ ਹਾਂ ਵੀ ਕਾਜ ਜਗਤ ਮੋ ਆਏ ਧਰਮ ਹੇਤ ਗੁਰਦੇਵ ਪਠਾਏ। ਜਾਂ ਹੂੰ ਕਾਜ ਧਰਾ ਹਮ ਜਨਮੰ ਸਮਝ ਲਿਓ ਸਾਧੂ ਸਭ ਮਨ। ਸਾਡਾ ਕੰਮ ਹੈ ਧਰਮ ਦੀ ਰੱਖਿਆ। ਛੋਟੀ ਉਮਰ ਵਿੱਚ 9 ਸਾਲ ਦੀ ਉਮਰ ਵਿੱਚ ਧਰਮ ਰੱਖਿਅਕ ਹੋ ਕੇ ਪ੍ਰਗਟ ਹੋ ਗਏ ਤੇ ਗੁਰੂ ਤੇਗ ਬਹਾਦਰ ਮਹਾਰਾਜ ਬਹੁਤ ਖੁਸ਼ ਹੋਏ ਹਨ। ਕਹਿਓ ਹਿੰਦੂਆਂ ਡਰੋ ਨਾ ਅਬ ਤੁਮ ਇਮ ਲਖ ਪਠੈ ਦਲੇਸੈ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਸਾਹਿਬਜ਼ਾਦੇ ਦੇ ਨੇਤਰਾਂ 'ਚ ਨੇਤਰ ਪਾਏ। ਕੁਝ ਬਚਨ ਵਿਲਾਸ ਵੀ ਹੋਏ ਨੇ, ਬਹੁਤ ਜ਼ਰੂਰੀ ਵਚਨ ਹੋਏ, ਪਰ ਉਹਨਾਂ ਨੇ ਵੇਖ ਲਿਆ ਕਿ ਇਹ ਤਿਰੜ ਨੇ ਪੂਰੇ। ਇਹਨਾਂ ਦੇ ਅੰਦਰ ਗੁਰੂ ਨਾਨਕ ਦੀ ਜੋ ਰੱਬੀ ਜੋਤ ਹੈ ਉਹੀ ਜੋਤ ਹੈ। ਇਹ ਗੁਰਿਆਈ ਗੱਦੀ ਦੀ ਸੇਵਾ ਪੂਰੀ ਸੰਭਾਲ ਸਕਦੇ ਆ। ਤਾਂ ਇਸ ਤਰੀਕੇ ਮਹਾਰਾਜ ਨੇ ਜਦੋਂ ਸਾਰਾ ਕੁਝ ਇਹਨਾਂ ਨੂੰ ਵੇਖ ਲਿਆ ਤਾਂ ਫਿਰ ਗੁਰੂ ਤੇਗ ਬਹਾਦਰ ਜੀ ਨੇ ਇਹਨਾਂ ਪੰਡਤਾਂ ਬ੍ਰਾਹਮਣਾਂ ਵੱਲ ਨੂੰ ਸਨਮੁਖ ਹੋ ਕੇ ਵਚਨ ਕੀਤਾ। ਕਹਿਣ ਲੱਗੇ, ਕਹਿੰਦੇ ਭਾਈ ਕਹਿਓ ਹਿੰਦੂਆਂ ਡਰੋ ਨਾ ਅਬ ਤੁਮ ਇਮ ਲਿਖ ਪਠੋ ਦਿਲਿਸੈ। ਮਹਾਰਾਜ ਕਹਿੰਦੇ ਚੰਗਾ ਭਾਈ ਇਉਂ ਕਰੋ, ਹੁਣ ਡਰ ਨਾ ਕਰੋ, ਤੁਹਾਡੀ ਧਰਮ ਦੀ ਰੱਖਿਆ ਹੋ ਜਾਏਗੀ। ਤੁਸੀਂ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਵੱਲ ਨੂੰ ਇੱਕ ਚਿੱਠੀ ਲਿਖ ਭੇਜੋ ਔਰ ਲਿਖੋ ਇਉਂ ਜਿਵੇਂ ਅਸੀਂ ਦੱਸਦੇ ਹਾਂ। ਗੁਰੂ ਨਾਨਕ ਕੀ ਗਾਦੀ ਪਰ ਅਬ ਹੈ ਗੁਰੂ ਤੇਗ ਬਹਾਦਰ। ਉਹਨਾਂ ਨੂੰ ਲਿਖੋ ਕਿ ਜੋ ਗੁਰੂ ਨਾਨਕ ਦੀ ਗੱਦੀ ਤੇ ਹੁਣ ਗੁਰੂ ਤੇਗ ਬਹਾਦਰ ਹਨ, ਨੌਵੇਂ ਪਾਤਸ਼ਾਹ। ਉਸकी ਜੋ ਮੁਹੰਮਦੀ ਕਰ ਲਿਓ ਤਾਂ ਹਮ ਹੈ ਸਭ ਸਾਦਰ। ਤੁਸੀਂ ਕਹੋ ਕਿ ਜੇ ਗੁਰੂ ਤੇਗ ਬਹਾਦਰ ਜੀ ਨੂੰ ਮਹਾਰਾਜ ਨੂੰ ਤੁਸੀਂ ਮੁਸਲਮਾਨ ਬਣਾ ਲੈਂਦੇ ਹੋ ਤਾਂ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ। ਕੰਮ ਤਾਂ ਔਰੰਗਜ਼ੇਬ ਲਈ ਵੀ ਸੌਖਾ ਹੀ ਸੀ ਇਹ, ਕਿਉਂਕਿ ਇੱਕ ਪਾਸੇ ਤਾਂ ਇਨਸਾਫ ਪਸੰਦ ਕਹਾਉਣ ਦਾ ਉਹਨੂੰ ਬੜਾ ਆਨੰਦ ਸੀ ਵੀ ਲੋਕੀ ਮੈਨੂੰ ਕਹਿਣ ਇਹਦੇ ਵਰਗਾ ਕੋਈ ਚੰਗਾ ਨਹੀਂ, ਇਹਦੇ ਵਰਗਾ ਕੋਈ ਧਰਮੀ ਨਹੀਂ, ਇਹਦੇ ਵਰਗਾ ਇਨਸਾਫ ਪਸੰਦ ਨਹੀਂ। ਇੰਨੇ ਲੋਕਾਂ ਨੂੰ ਮਾਰਦਾ ਤੇ ਫਿਰ ਲੋਕਾਂ ਵਿੱਚ ਚਰਚਾ ਫੈਲਦੀ ਦੂਰ ਦੁਰਾਡੇ ਵੀ, ਔਰ ਪੂਰੇ ਦੇਸ਼ ਦੇ ਵਿੱਚ ਇਸ ਗੱਲ ਦੇ ਖਿਲਾਫ ਲੋਕ ਉੱਠ ਵੀ ਸਕਦੇ ਆ। ਇਹ ਕੰਮ ਉਹਦਾ ਸੌਖਾ, ਉਹਨੂੰ ਲੱਗਦਾ ਸੀ ਕਿ ਡਰਾ ਕੇ ਧਮਕਾ ਕੇ ਲੋਕੀ ਆਪਣੇ ਆਪ ਹੀ ਧਰਮ ਬਦਲ ਲੈਣ।
ਤੇ ਉਦੋਂ ਚੰਗਾ ਇਹ ਹੈ ਬਹੁਤਿਆਂ ਨਾਲੋਂ ਇੱਕ ਨੂੰ ਕਿਸੇ ਨੂੰ ਧਰਮ ਤਬਦੀਲ ਕਰਾਇਆ ਜੇ ਸਾਰੇ ਬਣ ਜਾਣ ਫਿਰ ਤਾਂ ਉਹ ਵੀ ਉਦੋਂ ਵੀ ਸੌਖਾ ਹੈ। ਇਹਨਾਂ ਨੇ ਚਿੱਠੀ ਲਿਖ, ਇਹਨਾਂ ਨੂੰ ਆਖਿਆ ਮਹਾਰਾਜ ਨੇ ਵੀ ਚਿੱਠੀ ਲਿਖ ਭੇਜੋ ਕਿ ਅਗਰ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਧਰਮ ਤਬਦੀਲ ਕਰਾ ਦਿੰਦੇ ਹੋ ਤਾਂ ਅਸੀਂ ਸਾਰੇ ਹੀ ਫਿਰ ਤੁਹਾਡੇ ਬਿਨਾਂ ਕਹੇ ਥੋੜੇ ਟਾਈਮ ਵਿੱਚ ਹੀ ਮੁਸਲਮਾਨ ਬਣ ਜਾਵਾਂਗੇ। ਆਰੇ ਧਰਮ ਰਖੇ ਪ੍ਰਗਟਿਓ ਹੈ ਤੁਮ ਅਬ ਡਰੋ ਨਾ ਰਾਈ। ਤੇ ਇਉਂ ਮਹਾਰਾਜ ਨੇ ਆਖਿਆ ਕਿ ਭਾਈ ਹੁਣ ਤੁਸੀਂ ਡਰੋ ਨਾ, ਤੁਹਾਡੀ ਧਰਮ ਦੀ ਰੱਖਿਆ ਹੋਵੇਗੀ ਤੇ ਲਿਖ ਭੇਜੋ ਤੁਸੀਂ। ਧਰਮ ਕਾਲ ਪੱਤਰ ਸਬਜ ਰਖੇ ਨਾ ਹਮ ਆਪਣਾ ਰਤ ਸੰਚਾਈ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਭਾਈ ਧਰਮ ਰੂਪੀ ਰੁੱਖ ਦੇ ਪੱਤੇ ਅਸੀਂ ਹਰੇ ਹੀ ਰੱਖਾਂਗੇ, ਭਾਵੇਂ ਇਸ ਧਰਮ ਦੀ ਰੱਖਿਆ ਦੇ ਲਈ ਸਾਨੂੰ ਆਪਣੇ ਖੂਨ ਦੇ ਨਾਲ ਤੁਹਾਡੇ ਧਰਮ ਦੇ ਰੁੱਖ ਨੂੰ ਸਿੰਚਣਾ ਕਿਉਂ ਨਾ ਪੈ ਜਾਵੇ। ਇਉਂ ਗੁਰੂ ਤੇਗ ਬਹਾਦਰ ਜੀ ਨੇ ਇਹਨਾਂ ਡੋਲੇ ਹੋਏ ਹਿੰਦੂਆਂ ਨੂੰ ਸਾਧ ਸੰਗਤ ਜੀ ਹੌਸਲਾ ਦਿੱਤਾ ਹੈ। ਕਿਉਂ? ਇਹ ਗਰੀਬ ਨਤਾਣੇ ਲੋਕ ਨਿਮਾਣੇ ਗੁਰੂ ਘਰ ਚ ਆਏ ਹਨ, ਚਰਨ ਸ਼ਰਨ ਵਿੱਚ ਪਏ ਹਨ। ਇਉਂ ਸੁਣ ਕਰੀ ਹਿੰਦੂਆਂ ਸੋਈ ਜੇ ਸਤਿਗੁਰ ਫਰਮਾਈ। ਇਉਂ ਹਿੰਦੂਆਂ ਨੂੰ ਦੇਖੋ ਉਸ ਵੇਲੇ ਕਿੱਡਾ ਵੱਡਾ ਯਕੀਨ ਆਇਆ, ਭਰੋਸਾ ਆਇਆ। ਬਹੁਤੇ ਤਾਂ ਅੱਜ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਭੁੱਲ ਚੁੱਕੇ ਆ, ਪਰ ਜਿਨ੍ਹਾਂ 'ਚ ਮਾੜਾ ਮੋਟਾ ਕੋਈ ਕਣ ਹੈਗਾ ਉਹ ਇਸ ਗੱਲ ਨੂੰ ਯਾਦ ਰੱਖਦੇ ਆ। ਹੁਣ ਵੀ ਸ਼੍ਰੀ ਅਨੰਦਪੁਰ ਸਾਹਿਬ ਹਰ ਸਾਲ ਕਸ਼ਮੀਰ ਤੋਂ 500 ਹਿੰਦੂ ਬ੍ਰਾਹਮਣਾਂ ਦਾ ਜੱਥਾ ਅਨੰਦਪੁਰ ਸਾਹਿਬ ਆਉਂਦਾ ਹੈ। ਉਹ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਪਹਿਲਾਂ ਇੱਕ ਯਾਤਰਾ ਕੱਢਦੇ ਆ, ਉਹਨੂੰ ਕਹਿੰਦੇ ਰਿਣ ਉਤਾਰ ਯਾਤਰਾ। ਰਿਣ ਕਹਿੰਦੇ ਹੁੰਦੇ ਆ ਕਰਜ਼ੇ ਨੂੰ, ਵੀ ਅਸੀਂ ਕਰਜ਼ਾ ਲਾ ਰਹੇ ਹਾਂ ਗੁਰੂ ਸਾਹਿਬ ਦਾ। ਪਰ ਮੇਰੇ ਯਾਦ ਹੈ ਕਿ ਗਿਆਨੀ ਮੱਲ ਸਿੰਘ ਜਥੇਦਾਰ ਸਾਹਿਬ ਸਨ ਉਸ ਵੇਲੇ ਕੇਸਗੜ੍ਹ ਸਾਹਿਬ ਦੇ, ਉਹ ਜਿਹੜਾ ਪੰਡਤਾਂ ਦਾ ਜੱਥਾ ਆ ਉਹ ਵੀ ਕੋਲ ਬੈਠਾ ਸੀ ਤੇ ਸਿੰਘ ਸਾਹਿਬ ਬੈਠੇ ਸਨ ਤੇ ਮੈਂ ਵੀ ਕੋਲ ਬੈਠਾ ਸੀ। ਉਹਨਾਂ ਨੇ ਪੁੱਛਿਆ ਜੀ ਤੁਸੀਂ ਕਿਵੇਂ ਆਏ ਹੋ? ਕਹਿੰਦੇ ਜੀ ਸਾਡੀ ਯਾਤਰਾ ਆਉਂਦੀ ਹੈ ਰਿਣ ਉਤਾਰ ਯਾਤਰਾ। ਸਿੰਘ ਸਾਹਿਬ ਨੇ ਆਖਿਆ ਤੁਸੀਂ ਭਾਵੇਂ ਸਾਰੀ ਜ਼ਿੰਦਗੀ ਯਾਤਰਾ ਕੱਢੀ ਜਾਓ, ਰਹਿੰਦੀ ਦੁਨੀਆ ਤੱਕ ਤੁਹਾਡੇ ਤੋਂ ਗੁਰੂ ਤੇਗ ਬਹਾਦਰ ਦਾ ਰਿਣ ਉਤਾਰਿਆ ਨਹੀਂ ਜਾਣਾ, ਉਹਨਾਂ ਦਾ ਕਰਜ਼ ਨਹੀਂ ਲਾ ਸਕਦੇ। ਇਉਂ ਉਹਨਾਂ ਨੇ ਆਖਿਆ ਸੀ ਬਚਨ। ਪਰ ਉਹ ਆਪਣੇ ਵੱਲੋਂ ਲੋਕੀ ਹਰ ਸਾਲ ਆਉਂਦੇ ਆ ਕੇ ਉੱਥੇ ਉਸੇ ਪਾਵਨ ਸਥਾਨ ਤੇ ਆਉਂਦੇ ਆ, ਅਰਦਾਸ ਕਰਦੇ ਆ, ਗੁਰੂ ਤੇਗ ਬਹਾਦਰ ਨੂੰ ਯਾਦ ਕਰਦੇ ਹਨ। ਪਰ ਕਈ ਐਸੇ ਵੀ ਹਨ ਸਾਧ ਸੰਗਤ ਜੀ ਅਹਿਸਾਨ ਫਰਾਮੋਸ਼, ਜਿਹੜੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਹੀ ਮੁਨਕਰ ਹੋ ਰਹੇ, ਐਸੇ ਵੀ ਲੋਕ ਹਿੰਦੂਆਂ ਵਿੱਚ ਪਾਏ ਗਏ ਹਨ। ਨਾਮ ਗੁਰੂ ਕੋ ਤਰਵੇਸ਼ਵਰ ਨੇ ਦਿੱਲੀ ਲਿਓ ਬੁਲਾਈ। ਇਉਂ ਗੁਰੂ ਤੇਗ ਬਹਾਦਰ ਸਾਹਿਬ ਦੇ ਹੁਕਮ ਦੇ ਨਾਲ ਉਹਨਾਂ ਚਿੱਠੀ ਲਿਖ ਕੇ ਦਿੱਲੀ ਨੂੰ ਭੇਜ ਦਿੱਤੀ। ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਦਿੱਲੀ ਤੋਂ ਔਰੰਗਜ਼ੇਬ ਤੱਕ ਜਦ ਖਬਰ ਪਹੁੰਚੀ, ਉਹਦੇ ਜਿਹੜੇ ਸਲਾਹਕਾਰ ਸਨ ਉਹਨਾਂ ਨੇ ਵੀ ਆਖਿਆ ਤਾਂ ਕੰਮ ਬੜਾ ਸੌਖਾ ਹੈ। ਕਈ ਉਹਨਾਂ ਵਿੱਚੋਂ ਪੀਰ ਮੁਰਸ਼ਿਦ ਇਤਿਆਦਕ ਸਨ, ਕਈ ਕੁਰਾਨ ਪੜ੍ਹਨ ਵਾਲੇ, ਕਈ ਕਾਲੇ ਪੀਲੇ ਇਲਮਾਂ ਵਾਲੇ। ਉਹ ਕਹਿੰਦੇ ਸਨ ਵੀ ਇੱਕ ਬੰਦੇ ਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਮਨਾ ਲਵਾਂਗੇ, ਫਿਕਰ ਨਾ ਕਰੋ, ਉਹਨਾਂ ਨੂੰ ਬੁਲਾ ਲਓ। ਔਰੰਗਜ਼ੇਬ ਨੇ ਚਿੱਠੀ ਪੜ੍ਹ ਕੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਦਿੱਲੀ ਬੁਲਾਇਆ ਹੈ। 5 ਸਿੱਖ ਗੁਰ ਸੰਗ ਗਏ ਜਿਨ ਧਰਮ ਉੱਪਰ ਸਿਰ ਵਾਰੇ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਨਾਲ 5 ਸਿੱਖ ਗਏ, ਉਹਨਾਂ ਵਿੱਚੋਂ 3 ਸ਼ਹੀਦ ਹੋ ਗਏ। ਇਨਕੇ ਤੁਰਕ ਕਰਨ ਹਿਤ ਨੌਰੰਗ ਕੀਨੇ ਜਤਨ ਅਪਾਰ। ਇਹਨਾਂ ਨੂੰ ਸਾਰਿਆਂ ਨੂੰ ਤੁਰਕ ਬਣਾਉਣ ਲਈ ਔਰੰਗਜ਼ੇਬ ਨੇ ਬਹੁਤ ਯਤਨ ਕੀਤਾ। ਹਾਰ ਹਟਿਓ ਝਕ ਮਾਰ ਕੁਪੱਤਾ ਚੁਕੱਤਾ ਬਹੁ ਪੱਤਾ। ਇਹ ਬਹੁਤ ਯਤਨ ਕੀਤਾ ਇਹਨੇ, ਝੱਖਾਂ ਮਾਰੀਆਂ, ਪਰ ਗੁਰੂ ਕੇ ਸਿੱਖ ਡੋਲੇ ਨਾ। ਮਾਨਿਓ ਨੈ ਦੀਨ ਤਿਸ ਕੇਰਾ ਚੀਨ ਅਲਕ ਬੇਸੱਤਾ। ਇਹਦਾ ਦੀਨ ਨਹੀਂ ਮੰਨਿਆ, ਇਹਦੀ ਈਨ ਨਹੀਂ ਮੰਨੀ ਗੁਰਸਿੱਖਾਂ ਨੇ। ਸਿੱਖਨ ਸਹਿਜ ਜਬੈ ਨੌਰੰਕਾ ਕਹਿ ਨ ਗੁਰ ਉਤਾਰਿਓ। ਜਦੋਂ ਇਹਨੇ ਔਰੰਗਜ਼ੇਬ ਨੇ ਪੂਰਾ ਯਤਨ ਕੀਤਾ ਗੁਰੂ ਤੇਗ ਬਹਾਦਰ ਤੇ ਉਹਨਾਂ ਦੇ ਸਿੱਖਾਂ ਨੂੰ, ਪਰ ਗੁਰਸਿੱਖ ਡੋਲੇ ਨਾ ਜੀ ਇਹਨਾਂ ਦੀ ਕਿਸੇ ਗੱਲ ਦਾ। ਗੁਰੂ ਕੇ ਸਿੱਖਾਂ ਨੇ ਕਹਿ ਲੋ ਕਿ ਆਪਣੇ ਦਿਲ ਵਿੱਚ ਇਹਨਾਂ ਦੇ ਜ਼ੋਰ ਅਜਮਾਇਸ਼ ਦਾ ਰੱਤੀ ਭਰ ਵੀ ਆਪਣੇ ਦਿਲ ਉੱਤੇ ਕੁਝ ਆਂਚ ਨਹੀਂ ਆਉਣ ਦਿੱਤੀ। ਮਤੀ ਰਾਮ ਭਾਈ ਦਇਆਲੇ ਕੋ ਨੌਰੰਗ ਦੁਖ ਜੈ ਮਾਰਿਓ। ਮਤੀ ਦਾਸ ਭਾਈ ਦਇਆਲਾ, ਇਹਨਾਂ ਨੂੰ ਔਰੰਗਜ਼ੇਬ ਨੇ ਬਹੁਤ ਕਸ਼ਟ ਦੁੱਖ ਦੇ ਕੇ
ਇਹਨਾਂ ਨੂੰ ਸ਼ਹੀਦ ਕੀਤਾ ਹੈ ਦਿੱਲੀ ਚਾਂਦਨੀ ਚੌਕ ਵਿਖੇ। ਦੁਤੀ ਦੇਸ ਗੁਰ ਗੁਰ ਦਿੱਤੇ ਕੋਚ ਨੇ ਗੁਰਾਈ ਦੇ ਕੇ। ਤੇ ਇਉਂ ਜਦੋਂ ਇਹ ਸ਼ਹੀਦ ਹੋ ਗਏ ਗੁਰੂ ਕੇ ਸਿੱਖ, ਅਗਲੇ ਦਿਨ ਦਿੱਲੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਾਬਾ ਗੁਰਦਿੱਤਾ ਜੀ, ਜੋ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਸਨ, ਇੱਕ ਤੇ ਗੁਰੂ ਸਾਹਿਬ ਦੇ ਭਰਾ ਹੀ ਸਨ ਉਹ ਨੇ, ਉਹਨਾਂ ਨੂੰ ਗੁਰਿਆਈ ਗੱਦੀ ਦਾ ਜੋ ਚਿੰਨ੍ਹ ਸੀ, 5 ਪੈਸੇ ਨਾਰੀਅਲ ਤੇ ਆਦਿਕ ਸਾਰਾ ਕੁਝ ਦੇ ਕੇ ਦਿੱਲੀ ਤੋਂ ਤੋਰ ਦਿੱਤਾ ਸੀ। ਔਰ ਆਨੰਦ ਗੁਰਦਸਮ ਹੇਤ ਪੜ ਦਇਓ ਮੋਦ ਮਨ ਖੈ ਕੇ। ਆਨੰਦਪੁਰ ਸਾਹਿਬ ਵਿਖੇ ਭੇਜਿਆ, 10ਵੇਂ ਪਾਤਸ਼ਾਹ ਦੇ ਲਈ ਗੁਰਿਆਈ ਗੱਦੀ ਦਾ ਤਿਲਕ ਦਿੱਲੀ ਤੋਂ ਭੇਜਿਆ ਹੈ। ਮਗਰ ਸੁਦੀ ਪੰਚਮੀ ਸਤਰ ਸਹਿਬ 30 ਦੋਪਹਰ। ਤੇ ਮਗਰ ਸੁਦੀ ਪੰਚਮੀ 1732 ਦੁਪਹਿਰ ਵਾਲੇ ਦਿਨ ਭਏ ਸ਼ਹੀਦ ਨਾਮੇ ਗੁਰ ਜਬ ਤਬ ਮਚਿਓ ਸ਼ਹਿਰ ਮੈਂ ਕਰੇ। ਇਉਂ 3 ਸਿੱਖ ਪਹਿਲਾਂ ਸ਼ਹੀਦ ਕੀਤੇ ਗਏ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ। ਇਹਨਾਂ ਨੂੰ ਬਹੁਤ ਜ਼ਿਆਦਾ ਤਸੀਹੇ ਦੇ ਕੇ ਸਾਧ ਸੰਗਤ ਜੀ ਦਿੱਲੀ ਚਾਂਦਨੀ ਚੌਕ ਸ਼ਹੀਦ ਕੀਤਾ। ਪਰ ਜਦੋਂ ਇਹਨਾਂ ਗੁਰਸਿੱਖਾਂ ਨੇ ਇਹਨਾਂ ਦੀ ਈਨ ਨਾ ਮੰਨੀ, ਫਿਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ 1675 ਨੂੰ ਦਿੱਲੀ ਵਿਖੇ ਚਾਂਦਨੀ ਚੌਕ ਵਿੱਚ ਸ਼ਹੀਦ ਕਰਨ ਲਈ ਲਿਆਂਦਾ ਗਿਆ। ਹੈ ਸਭ ਜਗ ਮਾਹੇ ਸ਼ਬਦ ਭਾ ਜੈ 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 ਸੁਰ ਲੋਕੈ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਧੜ ਨਾਲੋਂ ਜੁਦਾ ਕਰਕੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਦਿੱਲੀ ਵਿਖੇ ਸ਼ਹੀਦ ਕੀਤਾ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕਿਨੋਂ ਵੱਡੋ ਕਲੂ ਮੈਂ ਸਾਕਾ ਦਾ ਭਾਣਾ ਵਰਤਾ ਦਿੱਤਾ। ਤੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸ਼ਹੀਦ ਹੋਏ, ਗੁਰੂ ਤੇਗ ਬਹਾਦਰ ਕੇ ਚਲਤ ਭਇਓ ਜਗਤ ਮੈਂ ਸ਼ੋਕ, ਹੈ ਸਭ ਜਗ ਭਇਓ ਜੈ 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 ਸੁਰਲੋਕ ਹੋਇਆ ਹੈ। ਇਸੀ ਪਾਪ ਨੇ ਚੌਕ ਤੇ ਆ ਕਿਆ ਨਟ ਕਰਿਓ ਸਭ ਥੋਕੈ। ਇਸ ਪਾਪ ਕਰਕੇ ਕਹਿੰਦੇ ਫਿਰ ਚਾਰੇ ਪਾਸੇ ਹਨੇਰੀ ਹੋ ਗਈ, ਚਾਰੇ ਪਾਸੇ ਕਾਲਖ ਮਚ ਗਈ, ਤੂਫਾਨ ਆਇਆ। ਤੇ ਔਰੰਗਜ਼ੇਬ ਮੁਗਲਾਂ ਦਾ ਜਿਹੜਾ ਰਾਜ ਸੀ ਨਾ, ਇਹ ਪਾਪ ਕਰਕੇ ਹੀ ਪਟਿਆ ਗਿਆ। ਭਾਈ ਜੈਤਾ ਸੀਸ ਗੁਰੂ ਕਾ ਲੈ ਆਨੰਦਪੁਰ ਆਇਓ। ਆਖਰੀ ਪੰਕਤੀ ਹੈ ਇਸ ਦੀ, ਕਹਿੰਦੇ ਭਾਈ ਜੈਤਾ ਜੀ ਫਿਰ ਸੀਸ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਆਨੰਦਪੁਰ ਸਾਹਿਬ ਵਿਖੇ ਪਹੁੰਚੇ ਹਨ। ਭਾਈ ਉਦੇ ਲੱਖੀ ਸੋ ਮਿਲ ਗੁਰ ਤਨ ਦਾਹ ਕਰਾਇਓ। ਭਾਈ ਊਦਾ ਜੀ, ਭਾਈ ਲੱਖੀ ਸ਼ਾਹ ਬਣਜਾਰਾ ਜੀ, ਇਹਨਾਂ ਨੇ ਮਿਲ ਕੇ ਗੁਰੂ ਪਿਆਰੇ ਖਾਲਸਾ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਕੀਤਾ ਦਿੱਲੀ ਵਿਖੇ। ਹੋਰਾ ਨਾਮ ਸਤਿਗੁਰ ਕੀ ਕਥਾ ਜਥਾ ਜਗ ਸੁਖ ਦਾਏ। ਕਹਿੰਦੇ 9ਵੇਂ ਸਤਿਗੁਰੂ ਦੀ ਕਥਾ ਜੋ ਸੁਖ ਦੇਣ ਵਾਲੀ ਹੈ। ਗਿਆਏ ਧਿਆਏ 19 ਇਤੀ ਭਇਓ ਗੁਰ ਧਿਆਏ। ਕਹਿੰਦੇ ਇੱਥੇ ਹੁਣ 19ਵਾਂ ਅਧਿਆਇ ਸੰਪੂਰਨ ਹੋਇਆ ਹੈ। ਇਹ ਸ੍ਰੀ ਗੁਰਪੰਥ ਪ੍ਰਕਾਸ਼ ਗਿਆਨ ਸਿੰਘ ਵਿਰਚ ਤੇ 9ਵੇਂ ਗੁਰ ਕਾ ਜੋਤੀ ਜੋਤ ਵਰਣਨ ਨਾਮ 19ਵਾਂ ਵਿਸ਼ਰਾਮ। ਇਹ 19ਵਾਂ ਵਿਸ਼ਰਾਮ ਦਿਨੀ ਅਧਿਆਇ ਸੰਪੂਰਨ ਹੁੰਦਾ ਹੈ। ਇੱਥੇ ਸਮੇਂ ਦੀ ਸਮਾਪਤੀ ਹੈ। ਅੱਗੇ ਆਪਾਂ ਗੁਰੂ ਤੇਗ ਬਹਾਦਰ ਦਸ਼ਮੇਸ਼ ਪਿਤਾ ਬਾਜਾਂ ਵਾਲੇ ਪਾਤਸ਼ਾਹ ਜੀ ਦਾ ਜੋ ਇਤਿਹਾਸ ਆਉਣ ਵਾਲੇ ਦਿਨਾਂ ਵਿੱਚ ਸੁਣਾਂਗੇ। ਸਮੇਂ ਦੀ ਸਮਾਪਤੀ ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਹੇ ਅਚੁੱਤ ਹੈ ਪਾਰ ਬ੍ਰਹਮ ਅਵਿਨਾਸ਼ੀ ਅਗਨਾਸ਼, हे पूरन हे सर्व मैं दुख पंजन गुणतास, हे संगी हे निरंकार, हे निर्गुण सब टेक, हे गोविंद हे गुण निधान, जाकै सदा विवेक, हे अपरंपर हर हरे है पी होवनहार, हे संतां के सदा संग निधारा आधार, हे ठाकुर हो दासरो मैं निर्गुण गुण नहीं कोय, नानक दीजै नाम दान राखो हिया परोए, आए प्रभ शरणागति कृपा निध दयाल, एक अक्षर हर मन वस्त नानक होत निहाल, एक अक्षर हर मन वस्त नानक होत निहाल। वाहिगुरु जी का खालसा, वाहिगुरु जी की फतेह।